सत श्री अकाल जी, स्वागत करते हैं सारे दर्शकों का एक बार फिर तो अपने शो ਦੇ ਵਿੱਚ ਔਰ ਰੋਜ਼ਾਨਾ ਵਾਂਗ ਇੱਕ ਵਾਰ ਫਿਰ ਤੋਂ ਇੱਕ ਲਾਈਵ ਸ਼ੋ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ। ਇਸ ਲਾਈਵ ਸ਼ੋ ਦੇ ਵਿੱਚ ਆ ਸਾਡੇ ਨਾਲ ਮਿਸਟਰ ਵਿਕਾਸ ਠਾਕੁਰ ਜੁੜੇ ਹੋਏ ਨੇ DCT ਇਮੀਗ੍ਰੇਸ਼ਨ ਤੋਂ, ਡ੍ਰੀਮ ਕਮਸ ਟੂ ਇਮੀਗ੍ਰੇਸ਼ਨ ਤੋਂ ਮਿਸਟਰ ਵਿਕਾਸ ਠਾਕੁਰ ਸਾਡੇ ਨਾਲ ਹਾਜ਼ਰ ਨੇ। ਅੱਜ ਬਹੁਤ ਸਾਰੇ ਬੱਚਿਆਂ ਦੀ ਡਿਮਾਂਡ ਆ ਰਹੀ ਸੀ, ਬਹੁਤ ਸਾਰੇ ਬੱਚਿਆਂ ਦੇ ਫੋਨ ਕਾਲਸ ਆ ਰਹੇ ਸੀ, ਈਮੇਲ ਆ ਰਹੇ, WhatsApp ਆ ਰਿਹਾ ਕਿ ਯੂਕਰੇਨ ਲੈਣ ਨੂੰ ਲੈ ਕੇ, ਯੂਰਪ ਨੂੰ ਲੈ ਕੇ, ਸ਼ੈਂਗਨ ਮੁਲਕਾਂ ਨੂੰ ਲੈ ਕੇ ਸਾਨੂੰ ਜਾਣਕਾਰੀ ਦਿੱਤੀ ਜਾਵੇ, ਕਿਉਂਕਿ ਆਸਟ੍ਰੇਲੀਆ ਬੰਦ ਆ, ਨਿਊਜ਼ੀਲੈਂਡ ਬੰਦ ਆ, ਅਮਰੀਕਾ ਇੰਟਰਵਿਊ ਬੇਸਡ ਵੀਜ਼ਾ ਹੈ, UK ਲਈ ਬੱਚਿਆਂ ਦਾ ਪ੍ਰੋਫਾਈਲ ਨਹੀਂ ਬਣ ਰਿਹਾ ਤੇ ਕੈਨੇਡਾ ਰਿਫਿਊਜ਼ ਕਰ ਰਿਹਾ ਹੈ। ਬੱਚਾ ਸ਼ੈਨਗਨ ਜਾਣਾ ਚਾਹੁੰਦਾ, ਯੂਰਪ ਜਾਣਾ ਚਾਹੁੰਦਾ, ਸਾਨੂੰ ਉਹਦੀ ਜਾਣਕਾਰੀ ਦਿਓ। ਸੋ ਯੂਰਪ ਨੂੰ ਲੈ ਕੇ DCT ਇਮੀਗ੍ਰੇਸ਼ਨ ਕਾਫੀ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ, ਇਸ ਲਈ ਉਹਨਾਂ ਨੂੰ ਅਸੀਂ ਖਾਸ ਤੌਰ ਤੇ ਇਨਵਾਈਟ ਕੀਤਾ। ਸਭ ਤੋਂ ਪਹਿਲਾਂ ਮਿਸਟਰ ਵਿਕਾਸ ਠਾਕੁਰ ਉਹਨਾਂ ਦਾ ਸਵਾਗਤ ਕਰ ਲਈਏ ਔਰ ਤੁਸੀਂ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ, ਸਾਨੂੰ ਕਾਲ ਕਰਕੇ ਸਿੱਧੇ ਸਵਾਲ ਆਪਣੇ ਸਾਨੂੰ ਪੁੱਛ ਸਕਦੇ ਹੋ ਯੂਰਪ ਜਾਣ ਸੰਬੰਧੀ, ਸ਼ੈਨਗਨ ਜਾਣ ਸੰਬੰਧੀ। ਸੋ ਵਿਕਾਸ ਜੀ, ਬਹੁਤ ਬਹੁਤ ਸਵਾਗਤ ਹੈ ਜੀ। DD ਪੰਜਾਬੀ ਦੇਖ ਰਹੇ ਸਾਰੇ ਵਿਊਅਰਸ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਠਾਕੁਰ ਸਾਹਿਬ, ਕੀ ਮੰਨਦੇ ਹੋ ਜੋ ਬੱਚਿਆਂ ਨੇ ਡਿਮਾਂਡ ਕੀਤੀ ਕਿ ਸ਼ੈਨਗਨ ਬਾਰੇ ਜਾਣਕਾਰੀ ਦਿੱਤੀ ਜਾਵੇ, ਯੂਰਪ ਬਾਰੇ ਜਾਣਕਾਰੀ ਦਿੱਤੀ, ਕੀ ਇਹ ਵੈਲਿਡ ਇਹਨਾਂ ਦੀ ਡਿਮਾਂਡ ਹੈ? ਇਸ ਟਾਈਮ ਰੁਝਾਨ ਹੈਗਾ ਸ਼ੈਨਗਨ ਮੁਲਕਾਂ ਵੱਲੋਂ ਜਾਂ ਯੂਰਪ ਵੱਲੋਂ? ਜੀ ਬਿਲਕੁਲ। ਅੱਜ ਦੀ ਦੌਰ ਦੇ ਵਿੱਚ ਦੇਖਿਆ ਜਾਵੇ ਤਾਂ ਮੋਸਟਲੀ ਸਟੂਡੈਂਟਸ ਦੇ ਕੋਲੋਂ ਆਈਲੈਟਸ ਨਹੀਂ ਹੋ ਰਹੀ, ਇੰਟਰਵਿਊ ਫੇਸ ਕਰਨ ਤੋਂ ਡਰਦਾ। ਸਭ ਤੋਂ ਵੱਡੀ ਗੱਲ ਹੈ ਅੱਜ ਫਾਈਲ ਸਬਮਿਟ ਕਰਵਾ ਦਿੱਤੀ ਹੈ, ਪਤਾ ਹੀ ਨਹੀਂ ਰਿਜ਼ਲਟ ਕਦੋਂ ਆਣਾ। ਸੋ ਯੂਕਰੇਨ ਦੇ ਵਿੱਚ ਸਭ ਤੋਂ ਪਲੱਸ ਪੁਆਇੰਟ ਇਹ ਹੈ ਕਿ ਤੁਹਾਡਾ 7 ਤੋਂ ਲੈ ਕੇ 10 ਦਿਨਾਂ ਦੇ ਵਿੱਚ ਵੀਜ਼ਾ ਆ ਜਾਂਦਾ ਜੀ, ਕੋਈ ਪਰੇਸ਼ਾਨੀ ਨਹੀਂ ਆਂਦੀ, ਕਿਸੇ ਤਰੀਕੇ ਦੀ ਕੋਈ ਇੰਟਰਵਿਊ ਨਹੀਂ ਜੇ ਦੇਣੀ, ਨਾ ਹੀ ਕਿਸੇ ਤਰੀਕੇ ਆਈਲੈਟਸ ਦੀ ਕੋਈ ਲੋੜ ਹੈ ਜੀ। ਠਾਕੁਰ ਸਾਹਿਬ ਕਾਲ ਲੈ ਲਈਏ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ। ਜੀ ਨਾਮ ਦੱਸੋ ਜੀ ਆਪਣਾ। ਜੀ ਸਰ ਮੇਰਾ ਨਾਮ ਕਿਰਨ ਹੈਗਾ ਹੈ। ਕਿਰਨ ਕਿੱਥੋਂ ਬੋਲ ਰਹੇ ਹੋ ਜੀ? ਜੀ ਸਰ ਮੈਂ ਬਟਾਲੇ ਤੋਂ ਗੱਲ ਕਰ ਰਹੀ ਹਾਂ। ਸਵਾਲ ਪੁੱਛੋ ਆਪਣਾ। ਜੀ ਸਰ ਐਕਚੁਅਲੀ ਦੇ ਵਿੱਚ ਨਾ ਮੈਂ ਸ਼ੈਨਗਨ ਤੋਂ ਰਿਫਿਊਜ਼ ਹੈਗੀ ਆ 2 ਵਾਰੀ। ਓਕੇ। ਤੇ ਹਾਂ ਜੀ, ਮੈਂ ਆਪਣਾ ਜਰਮਨੀ ਦਾ ਅਪਲਾਈ ਕੀਤਾ ਹੋਇਆ ਸੀਗਾ ਤੇ ਮੈਂ ਸਰ ਦਾ ਸ਼ੋਅ ਦੇਖ ਰਹੀ ਸੀਗੀ ਹੁਣੇ ਲਾਈਵ। ਤੇ ਸਰ ਕੀ ਮੈਂ ਯੂਕਰੇਨ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੀ ਹਾਂ ਆਪਣਾ? ਹਾਂਜੀ ਕਿਰਨ ਜੀ, ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। ਔਰ ਬਾਕੀ ਰਹੀ ਤੁਹਾਡੀ 2 ਵਾਰ ਰਿਫਿਊਜ਼ਲ ਜਿਹੜਾ ਕਿ ਤੁਸੀਂ ਸ਼ੈਨਗਨ ਤੋਂ ਰਿਫਿਊਜ਼ ਕਰਵਾ ਚੁੱਕੇ ਹੋ। ਸੋ ਇੱਕ ਗੱਲ ਪਹਿਲਾਂ ਬਿਲਕੁਲ ਕਲੀਅਰ ਹੀ ਹੈਗੀ ਹੈ ਕਿ ਯੂਕਰੇਨ ਨੂੰ ਲੈ ਕੇ ਫਿਲਹਾਲ ਅੱਜ ਤੱਕ ਸਾਡਾ 100% ਸਕਸੈਸ ਰੇਟ ਹੈ, ਕੋਈ ਵੀ ਰਿਫਿਊਜ਼ਲ ਨਹੀਂ ਹੈ। ਤੁਸੀਂ ਆਇਲਸ ਕੀਤੀ ਹੈ ਜਾਂ ਨਹੀਂ ਕੀਤੀ ਹੈ, ਤੁਹਾਡਾ ਸਟੱਡੀ ਦੇ ਵਿੱਚ 2 4 5 10 ਸਾਲ ਦਾ ਗੈਪ ਹੈ, ਮੈਟਰ ਨਹੀਂ ਕਰਦਾ। ਤੁਹਾਡੀ 40 ਸਾਲ ਤੋਂ ਉਮਰ ਘੱਟ ਹੈ, ਤੁਸੀਂ ਆਪਣਾ 100% ਯੂਕਰੇਨ ਦਾ ਵੀਜ਼ਾ ਲਗਵਾ ਸਕਦੇ ਹੋ। ਕਿਰਨ ਜੀ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਸਰ ਮੈਂ ਬੀਟੈਕ ਕੀਤੀ ਹੋਈ ਹੈ ਜੀ। ਕਿਹੜੇ ਸਾਲ 'ਚ? 2010 ਦੇ ਵਿੱਚ। 2010, ਉਹੀ 10 ਸਾਲ 11 ਸਾਲ ਦਾ ਗਿਆ। ਹਾਂਜੀ ਬਿਲਕੁਲ ਜੀ, ਉਹਨਾਂ ਦੀ ਮਤਲਬ ਵੌਇਸ ਤੋਂ ਵੀ ਪਤਾ ਲੱਗ ਰਿਹਾ ਕਿ ਇਹਨਾਂ ਦੀ ਏਜ ਘੱਟ ਹੈ। ਸੋ ਕਿਰਨ ਜੀ, ਤੁਸੀਂ ਆਪਣੇ ਡਾਕੂਮੈਂਟ ਸਾਡੇ ਇਸੇ ਨੰਬਰ ਤੇ WhatsApp ਆਪਣਾ ਪ੍ਰੋਫਾਈਲ ਕਰ ਸਕਦੇ ਹੋ ਔਰ ਸ਼ੇਅਰ ਕਰਕੇ ਤੁਹਾਨੂੰ ਸਾਡੀ ਟੀਮ ਵੱਲੋਂ ਬੈਕ ਕਾਲ ਆ ਜਾਏਗੀ ਜੀ। ਸੋ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਏਗੀ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। ਜੀ ਸੋ ਕਾਲ ਕਰਨ ਲਈ ਕਿਰਨ ਜੀ ਬਹੁਤ ਬਹੁਤ ਸ਼ੁਕਰੀਆ। ਬਟਾਲਾ ਤੋਂ ਸਾਨੂੰ ਕਾਲ ਕਰ ਰਹੇ ਸੀ ਔਰ ਤੁਸੀਂ ਰਿਫਿਊਜ਼ ਹੋ ਸ਼ੈਨਗਨ ਤੋਂ ਤਾਂ ਉਹਦਾ ਹੋਰ ਨਾ ਯੂਰਪੀਅਨ ਕੰਟਰੀਜ਼ ਤੇ ਕੋਈ ਅਸਰ ਨਹੀਂ ਹੁੰਦਾ। ਸੋ ਤੁਸੀਂ ਯੂਰਪ ਜਾ ਸਕਦੇ ਹੋ, ਸਟੱਡੀ ਗੈਪ ਦੇ ਨਾਲ ਵੀ ਜਾ ਸਕਦੇ ਹੋ, ਕੋਈ ਮਸਲਾ ਨਹੀਂ ਹੈ, ਵੀਜ਼ਾ ਤੁਹਾਨੂੰ ਮਿਲ ਸਕਦਾ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ ਆਪਣਾ। ਸਰ ਮੈਂ ਹਰਮਨਦੀਪ ਸਿੱਧੂ ਬੋਲ ਰਿਹਾ ਜੀ। ਹਰਮਨ ਜੀ, ਕਿੱਥੋਂ ਗੱਲ ਕਰ ਰਹੇ ਹੋ? ਸਰ ਮੈਂ ਗੱਲ ਕਰ ਰਿਹਾ ਜੀ ਗੁਰਦਾਸਪੁਰ ਤੋਂ ਜੀ। ਸਵਾਲ ਪੁੱਛੋ ਜੀ। ਸਰ ਮੈਂ ਪੁੱਛਣਾ ਸੀਗਾ ਸਰ ਨੂੰ, ਮੈਂ ਸ਼ੋਅ ਦੇਖ ਰਿਹਾ ਸੀ ਸਰ, ਮੈਂ ਦੁਬਈ ਤੋਂ ਆਇਆ ਸੀਗਾ 2015 ਚ ਮੇਰੀ ਗ੍ਰੈਜੂਏਸ਼ਨ ਹੋਈ ਸੀਗੀ। ਠੀਕ ਹੈ। ਉਸ ਤੋਂ ਬਾਅਦ ਕੁਝ ਖਾਸ ਕੀਤਾ ਨਹੀਂਗਾ, ਤਾਂ ਮੈਂ ਅਪਲਾਈ ਕਰ ਸਕਦਾ ਆਪਣਾ ਉੱਥੇ ਯੂਕਰੇਨ ਦਾ ਵੀਜ਼ਾ? ਪੜ੍ਹਾਈ ਕਿੰਨੀ ਕੀਤੀ ਹੋਈ ਤੁਸੀਂ? ਸਰ ਗ੍ਰੈਜੂਏਸ਼ਨ ਕੀਤੀ 2015 ਚ। ਗ੍ਰੈਜੂਏਸ਼ਨ 2015 ਚ ਕੀਤੀ ਜੀ। ਹੁਣ ਦੁਬਈ ਜਾ ਕੇ ਵਾਪਸ ਆਏ ਨੇ, ਹੁਣ ਯੂਕਰੇਨ ਦੁਬਈ ਜਾ ਕੇ ਵਾਪਸ ਆ ਗਿਆ। ਹਾਂਜੀ ਜੀ ਹਰਮਨ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। ਔਰ ਤੁਹਾਨੂੰ ਪਹਿਲਾਂ ਇਨਫੋਰਮੇਸ਼ਨ ਦੇ ਦਈਏ ਕਿ ਅਗਰ ਤੁਸੀਂ ਦੁਬਈ ਤੋਂ ਰਿਟਰਨ ਹੋ, ਠੀਕ ਹੈ, ਓਵਰਸਟੇ ਨਹੀਂ ਤੁਸੀਂ ਹੋਣੇ ਚਾਹੀਦੇ ਜਾਂ ਬੈਨ ਨਹੀਂ ਲੱਗਾ ਹੋਣਾ ਚਾਹੀਦਾ ਕਿਸੇ ਤਰੀਕੇ ਦਾ। ਸਰ ਬੈਨ ਨਹੀਂ ਹੈਗਾ, ਨਾ ਓਵਰਸਟੇ ਹੈਗਾ। ਹਾਂ ਬਸ ਠੀਕ ਹੈ, ਤੁਸੀਂ ਈਜ਼ੀਲੀ ਆਪਣਾ ਯੂਕਰੇਨ ਦਾ ਵੀਜ਼ਾ ਲਗਵਾ ਸਕਦੇ ਹੋ, ਉਹ ਵੀ ਸਿਰਫ 10 ਤੋਂ 12 ਦਿਨ ਦੇ ਵਿੱਚ। ਠੀਕ ਹੈ ਸਰ, ਇਹਦਾ ਕੀ ਫੀਸ ਸਟਰਕਚਰ ਕੀ ਹੋਊਗਾ ਕੋਈ ਦੱਸ ਸਕਦੇ ਸਰ? ਐਵਰੇਜ ਸਟਾਰਟਿੰਗ ਜਿਹਦੇ ਵਿੱਚ ਆਪਾਂ ਗੱਲ ਕਰੀਏ ਟੋਟਲ ਪੈਕੇਜ ਅਮਾਉਂਟ ਦੀ, ਜਿਹਦੇ ਵਿੱਚ ਤੁਹਾਡੀ 10 ਮਹੀਨੇ ਤੋਂ ਲੈ ਕੇ 1 ਸਾਲ ਦੀ ਫੀਸ ਵੀ ਇਨਵੋਲਵ ਹੋ ਜਾਂਦੀ ਆ, ਠੀਕ ਹੈ। ਸੈਕੰਡਲੀ ਚੀਜ਼ ਹੈ ਕਿ ਤੁਹਾਡੀ TRC ਦੇ ਖਰਚੇ, ਫੰਡ ਦੇ ਖਰਚੇ, ਐਮਬੈਸੀ ਫੀਸਸ ਪਾ ਕੇ ਐਵਰੇਜ 2,25,000 ਤੋਂ ਲੈ ਕੇ 3 ਲੱਖ ਤੱਕ ਖਰਚਾ ਪਹੁੰਚਦਾ ਜੀ। ਸਰ TRC ਦਾ ਕੀ ਹੁੰਦਾ ਦੱਸੋ? TRC ਗੱਲ ਹੀ ਹੁੰਦੀ ਹੈ ਜੀ। TRC ਜਦੋਂ ਤੁਸੀਂ 에ਅਰਪੋਰਟ ਤੋਂ ਕਲੀਅਰ ਹੋ ਜਾਂਦੇ ਹੋ, ਯੂਨੀਵਰਸਿਟੀ ਪਹੁੰਚ ਜਾਂਦੇ ਹੋ, ਤੁਹਾਨੂੰ ਇੱਕ ਟੈਂਪਰੇਰੀ ਰੈਜ਼ੀਡੈਂਸ ਕਾਰਡ ਮਿਲ ਜਾਂਦਾ ਜਿਹਦੇ ਵਿੱਚ ਤੁਸੀਂ ਆਪਣਾ ਉੱਥੇ ਸਰਵਾਈਵ ਕਰ ਸਕਦੇ ਹੋ ਜੀ। ਠੀਕ ਹੈ ਸਰ। ਸਰ ਹੋਰ ਇਹਦੇ ਵਿੱਚ ਕੁਝ ਹੋਰ ਇਨਕਲੂਡ ਹੁੰਦਾ ਵੈਸੇ ਫੀਸ ਜਾਂ ਹੋਰ ਕੁਝ ਵੀ? ਦੇਖੋ ਜੀ, ਇਹਦੇ ਵਿੱਚ ਤਾਂ ਤੁਹਾਨੂੰ ਵੀਜ਼ਾ ਫੀਸ ਇਨਵੋਲਵ ਹੋ ਜਾਂਦੀ ਆ, ਤੁਹਾਡੀ ਐਮਬੈਸੀ ਫੀਸ ਹੋ ਜਾਂਦੀ ਆ, ਤੁਹਾਡੇ ਫੰਡ ਦੇ ਚਾਰजेस ਹੋ ਜਾਂਦੇ ਆ, ਤੁਹਾਡੀ 10 ਮਹੀਨੇ ਤੋਂ ਲੈ ਕੇ 1 ਸਾਲ ਦੀ ਫੀਸ ਪੇ ਹੋ ਜਾਂਦੀ ਹੈ ਔਰ 3 ਮਹੀਨੇ ਦੀ ਤੁਹਾਨੂੰ ਅਕੋਮੋਡੇਸ਼ਨ ਵੀ ਮਿਲ ਜਾਂਦੀ ਹੈ। ਸੋ ਸਾਰਾ ਖਰਚਾ ਤੁਹਾਡਾ ਈਵਨ 3 ਮਹੀਨੇ ਦਾ ਰਹਿਣ ਸਹਿਣ ਦਾ ਖਰਚਾ ਵੀ ਵਿੱਚ ਪਾ ਕੇ ਐਵਰੇਜ 2,25,000 ਤੋਂ ਸਟਾਰਟ ਲੈ ਕੇ 3 ਲੱਖ ਤੱਕ ਹੁੰਦਾ ਜੀ। 3 ਲੱਖ ਤੱਕ ਜੀ। ਠੀਕ ਹੈ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਹਰਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਠਾਕੁਰ ਸਾਹਿਬ, ਇੱਕ ਚੀਜ਼ ਹੋਰ ਦੱਸੋ ਜੀ ਕਿ
ਜਿਵੇਂ ਸਾਨੂੰ ਕਾਲਸ ਆਈਆਂ ਇੱਕ ਬਟਾਲੇ ਤੋਂ, ਇੱਕ ਗੁਰਦਾਸਪੁਰ ਤੋਂ, ਕਿ ਅਸੀਂ ਯੂਰਪ ਜਾਣਾ ਜੀ। ਹੈ। ਇਸ ਕਾਲ ਤੋਂ ਬਾਅਦ ਮੈਂ ਸਵਾਲ ਲੈਣਾ ਕਿ ਬੱਚਾ ਖੁਦ ਇੰਟਰਸਟਿਡ ਕਿਉਂ ਇੰਨਾ ਯੂਰਪੀਅਨ ਮੁਲਕਾਂ ਜਾਣ ਲਈ। ਸਵਾਗਤ ਹੈ ਜੀ, ਕੌਣ ਬੋਲ ਰਿਹਾ? ਹੈਲੋ। ਹਾਂਜੀ ਸਵਾਗਤ ਹੈ ਜੀ, ਨਾਮ ਦੱਸੋ ਆਪਣਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਪ੍ਰਿਆ ਗੱਲ ਕਰ ਰਹੀ ਹਾਂ ਅੰਮ੍ਰਿਤਸਰ ਤੋਂ। ਜੀ ਪ੍ਰਿਆ ਜੀ, ਸਵਾਗਤ ਹੈ ਜੀ। ਜੀ ਸਰ, ਐਕਚੁਅਲੀ ਮੈਂ ਤੁਹਾਡਾ ਸ਼ੋਅ ਦੇਖ ਰਹੀ ਸੀ ਯੂਕਰੇਨ ਦਾ। ਜੀ। ਮੈਂ ਉਹਦੇ ਰਿਗਾਰਡਿੰਗ ਪੁੱਛਣਾ ਸਰ। ਜੀ ਕੀ ਪੁੱਛਣਾ ਚਾਹੁੰਦੇ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਸਰ ਮੈਂ 12ਵੀਂ ਕੀਤੀ ਹੋਈ ਆ ਕਿਹੜੇ ਸਾਲ 'ਚ? 2012 ਚ। 2012 'ਚ, ਯਾਨੀ ਆਲਮੋਸਟ 9 ਸਾਲ ਦਾ ਗੈਪ ਆ। ਠੀਕ ਹੈ ਜੀ। 2012 ਤੋਂ ਬਾਅਦ ਕੀ ਕੀਤਾ ਹੁਣ ਤੱਕ? तो उसके बाद मैं फ्री। ਤੇ ਹੁਣ ਜਾਣਾ ਕਿੱਥੇ ਚਾਹੁੰਦੇ ਹੋ? तो मैं यूक्रेन का अप्लाई करना चाहती हूँ। ਯੂਕਰੇਨ ਦਾ ਅਪਲਾਈ ਕਰਨਾ ਚਾਹੁੰਦੇ ਹੋ? हाँ जी। ਸੋ ਯੂਕਰੇਨ ਦਾ ਅਪਲਾਈ ਕਰਨਾ ਚਾਹੁੰਦੇ ਆ। ਆਲਮੋਸਟ 9 ਸਾਲ ਦਾ ਸਟੱਡੀ ਗੈਪ ਹੈ ਜੀ। ਜੀ, ਮੈਂ ਜਿੱਦਾਂ ਕਿ ਪਹਿਲੇ ਵੀ ਇੱਕ ਕਲਾਇੰਟ ਦੀ ਕਾਲ ਆਈ ਸੀਗੀ, ਅਸੀਂ ਉਹਨਾਂ ਨੂੰ ਵੀ ਦੱਸਿਆ ਕਿ ਅਗਰ ਤੁਹਾਡੀ 40 ਸਾਲ ਤੋਂ ਏਜ ਘੱਟ ਹੈ, ਤੁਸੀਂ 10th ਕੀਤੀ ਹੋਈ ਹੈ, 12th ਕੀਤੀ ਹੋਈ ਹੈ, ਕਿਸੇ ਚੀਜ਼ ਦੀ ਹੋਰ ਲੋੜ ਨਹੀਂ, ਕੋਈ ਵੀ ਆਈਲੈਟਸ ਦੀ ਬੈਂਡ ਦੀ ਰਿਕੁਆਇਰਮੈਂਟ ਨਹੀਂ ਹੈਗੀ ਆ, ਕੋਈ ਤੁਹਾਨੂੰ ਫੰਡ ਨਹੀਂ ਚਾਹੀਦਾ, ਸੋ ਤੁਹਾਡਾ ਵੀਜ਼ਾ ਆ ਜਾਏਗਾ ਜੀ, ਬਿਲਕੁਲ ਆਏਗਾ ਜੀ। फंड शो करवाने की लोड़ नहीं है? ਕੁਝ ਨਹੀਂ ਕਰਨਾ ਜੀ ਤੁਸੀਂ। अच्छा जी सर, मेरी ना परसेंटेज काफी लो है, 33% है ओवरऑल। ਦੇਖੋ ਤੁਸੀਂ ਸਿਰਫ ਪਾਸ ਹੋਣੇ ਚਾਹੀਦੇ ਜੀ। ਅਗਰ ਤੁਸੀਂ ਪਾਸ ਹੈਗੇ ਹੋ, ਤੁਸੀਂ ਆਪਣਾ 100% ਸਕਸੈਸ ਦੇ ਨਾਲ ਆਪਣਾ ਯੂਕਰੇਨ ਦਾ ਵੀਜ਼ਾ ਲਗਵਾ ਸਕਦੇ ਹੋ ਜੀ। ओके जी, कितने साल का वीजा होगा सर? ਦੇਖੋ ਜੀ, ਡਿਪੈਂਡ ਕਰਦਾ ਤੁਹਾਡੀ ਸਟੱਡੀ ਤੇ। ਹੁਣ ਤੁਹਾਡੀ ਸਟੱਡੀ ਹੈਗੀ ਹੈ +2, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲੈਂਗੁਏਜ ਕੋਰਸ ਲੈਣਾ ਪਏਗਾ, ਉਸ ਤੋਂ ਬਾਅਦ ਗ੍ਰੈਜੂਏਸ਼ਨ ਲਓਗੇ। ਤੁਸੀਂ ਅਗਰ ਡਾਇਰੈਕਟਲੀ ਵੀ ਗ੍ਰੈਜੂਏਸ਼ਨ ਦਾ ਕੋਰਸ ਲੈਣਾ ਚਾਹੁੰਦੇ ਹੋ, ਤੁਹਾਨੂੰ ਨਾਲ ਲੈਂਗੁਏਜ ਕੋਰਸ ਕਰਨਾ ਪਏਗਾ। ਸੋ ਉਹਦੇ ਨਾਲੋਂ ਬੈਟਰ ਹੈ ਕਿ ਪਹਿਲਾਂ ਲੈਂਗੁਏਜ ਕੋਰਸ ਲਿਆ ਜਾਵੇ, ਫਿਰ ਆਪਣੀ ਗ੍ਰੈਜੂਏਸ਼ਨ ਲਈ ਜਾਵੇ। ਜਿਹੜੀ ਬੈਚਲਰ ਹੁੰਦੀ ਉਹ ਕਿੰਨੇ ਟਾਈਮ ਦੀ ਹੁੰਦੀ ਹੈ ਸਰ? 2.5 ਸਾਲ ਦੀ ਹੁੰਦੀ ਹੈ ਜੀ। ਅੱਛਾ ਜੀ। ਤੁਸੀਂ 2 ਸਾਲ ਦੇ ਵਿੱਚ ਵੀ ਕਵਰ ਕਰ ਸਕਦੇ ਹੋ। ਕੋਈ ਇੰਟਰਵਿਊ ਵਗੈਰਾ ਨਹੀਂ ਹੁੰਦਾ ਸਰ? ਕੋਈ ਇੰਟਰਵਿਊ ਨਹੀਂ ਹੈ ਜੀ, ਕੋਈ ਕਿਸੇ ਤਰੀਕੇ ਦਾ ਆਈਲੈਟਸ ਦੀ ਰਿਕੁਆਇਰਮੈਂਟ ਨਹੀਂ ਹੈ ਜੀ ਤੁਹਾਨੂੰ। ਜੀ ਸੋ ਡਾਕਟਰ ਸਾਹਿਬ, ਕੀ ਇੰਨਾ ਸੌਖਾ ਵੀਜ਼ਾ ਹੈਗਾ ਯੂਰਪ ਦਾ ਜਿੰਨਾ ਅਸੀਂ ਗੱਲ ਕਰ ਰਹੇ ਹਾਂ ਇੱਥੇ, ਕਿ ਜਿੰਨਾ ਮਰਜ਼ੀ ਗੈਪ ਆ ਜਾਵੇ, ਕੋਈ ਫੰਡ ਦੀ ਲੋੜ ਨਹੀਂ, ਕੋਈ ਸਟੱਡੀ ਗੈਪ ਦੀ ਲੋੜ ਨਹੀਂ, ਕਿ ਇੰਨਾ ਆਸਾਨੀ ਨਾਲ ਮਤਲਬ ਸੌਖਾ ਵੀਜ਼ਾ ਮਿਲ ਜਾਂਦਾ? ਸੋ ਇਹਦੇ ਵਿੱਚ ਕੀ ਹੁੰਦਾ ਸਰ, ਅੱਜ ਦੇ ਟਾਈਮ ਦੇ ਵਿੱਚ ਮੈਂ ਪਹਿਲਾਂ ਕਾਲ ਲੈ ਲੈਣੇ ਜ਼ਰੂਰ ਸਰ। ਹੈਲੋ ਜੀ, ਸਵਾਗਤ ਕਰਦੇ ਹਾਂ ਜੀ। हाँ जी, सत श्री अकाल सर। ਸਤਿ ਸ਼੍ਰੀ ਅਕਾਲ ਜੀ। सर मैं अबोहर तो गल कर रही हूँ, हरमन। ਹਾਂਜੀ ਹਰਮਨ ਜੀ, ਬੋਲੋ ਜੀ। सर थोड़ा शो देख रही थी ਜੀ। तो थोड़ा जिहा प्रोफाइल ही कंफर्म करना सीगा। ਹਾਂਜੀ ਹਾਂਜੀ, ਬੋਲੋ ਜੀ। मेरी 12th ਵਿੱਚ सर 42% ਹੈਗੀ ਹੈ। 12th ਕਦੋਂ ਕੀਤੀ ਹੈ ਤੁਸੀਂ? ਸਰ 2014 ਚ। 14 ਦੇ ਵਿੱਚ ਕੀਤੀ। ਉਸ ਤੋਂ ਬਾਅਦ ਕੀ ਕੀਤਾ ਜੀ ਤੁਸੀਂ? ਸਰ ਉਸ ਤੋਂ ਬਾਅਦ 2 ਸਾਲ ਦਾ ਗੈਪ ਹੈਗਾ, ਫਿਰ ਡਿਪਲੋਮਾ ਕੀਤਾ ਹੈ। ਡਿਪਲੋਮਾ ਕਾਦੇ ਵਿੱਚ ਕੀਤਾ ਤੁਸੀਂ? ਸਰ ਕੰਪਿਊਟਰ ਐਪਲੀਕੇਸ਼ਨ ਚ। ਜੀ, ਤੁਹਾਡਾ ਵੀਜ਼ਾ ਆ ਸਕਦਾ ਜੀ, ਈਜ਼ੀਲੀ ਆ ਸਕਦਾ। ਔਰ ਸਭ ਤੋਂ ਮੇਨ ਪਲੱਸ ਪੁਆਇੰਟ ਕੀ ਹੈਗਾ ਕਿ ਜਿੱਦਾਂ ਕਿ ਹਰ ਕਲਾਇੰਟ ਨੂੰ ਦੱਸ ਰਹੇ ਹਾਂ ਕਿ ਜਿੰਨਾ ਵੀ ਸਾਨੂੰ ਤੁਸੀਂ ਦੇਖਿਆ ਹੀ ਹੋਊਗਾ, ਨੋਟ ਕੀਤਾ ਵੀ ਹੋਊਗਾ ਕਿ 40 ਸਾਲ ਤੋਂ ਘੱਟ ਬੰਦੇ ਦੀ ਹੀ ਸਾਨੂੰ ਕਾਲ ਆ ਰਹੀ ਹੈ, ਔਰ ਆਲਮੋਸਟ 40 ਸਾਲ ਤੱਕ ਦੇ ਸਟੂਡੈਂਟ ਨੂੰ ਅਸੀਂ ਵੀਜ਼ਾ ਲਗਵਾ ਸਕਦੇ ਹਾਂ। ਯੂਕਰੇਨ ਨੂੰ ਲੈ ਕੇ ਜਾਂ ਯੂਰਪ ਨੂੰ ਲੈ ਕੇ ਹੀ ਕਿਉਂ ਬੱਚਾ ਇੰਨਾ ਇੰਟਰਸਟਿਡ ਦਿਖ ਰਿਹਾ ਅੱਜ ਕਿ ਯੂਰਪ ਭੇਜ ਦਿਓ, ਯੂਰਪ ਭੇਜ ਦਿਓ? ਹਾਂਜੀ ਹਾਂਜੀ, ਸਵਾਲ ਸਰ ਪੁੱਛੋ। ਮੈਂ ਆਈਲੈਟਸ ਨਹੀਂ ਕੀਤੀ, ਕੋਈ ਇੰਟਰਵਿਊ ਵਗੈਰਾ ਤਾਂ ਨਹੀਂ? ਦੇਖੋ ਜੀ, ਇਸ ਵੇਲੇ ਸਕਸੈਸ ਰੇਟ 100% ਹੈਗਾ ਜੀ। ਵਿਦਆਊਟ ਆਈਲੈਟਸ ਕਿਸੇ ਤਰੀਕੇ ਦੀ ਆਈਲੈਟਸ ਦੀ ਜ਼ਰੂਰਤ ਨਹੀਂ ਹੈਗੀ ਹੈ ਜੀ। ਤੁਹਾਡੇ ਮਾਰਕਸ ਘੱਟ ਹੈ, ਸਿਰਫ ਤੁਸੀਂ ਮਿਨੀਮਮ 10th ਪਾਸ ਕੀਤੀ ਹੈ, 12th ਪਾਸ ਕੀਤੀ ਹੈ, ਤੁਸੀਂ ਈਜ਼ੀਲੀ ਆਪਣਾ ਵੀਜ਼ਾ ਲੈ ਸਕਦੇ ਹੋ ਬਿਨਾਂ ਕੋਈ ਫੇਕ ਡਾਕੂਮੈਂਟ ਲਗਾਇਆ। ਠੀਕ ਹੈ ਜੀ। ਸਰ ਫੰਡਸ ਦਾ ਕਿੱਦਾਂ ਕਰਨਾ ਪਏਗਾ ਜੀ? ਤੁਸੀਂ ਇੱਕ ਵਾਰ ਪ੍ਰੋਫਾਈਲ ਸਾਡਾ WhatsApp ਕਰ ਦਿਓ, ਉਹਦੇ ਅਕੋਰਡਿੰਗਲੀ ਆਪਾਂ ਡਿਸਕਸ ਕਰ ਸਕਦੇ ਹਾਂ ਜੀ। ਜੀ ਸੋ ਡਾਕਟਰ ਸਾਹਿਬ, ਕਿਉਂ ਯੂਰਪ ਦੀ ਕਿਉਂ ਇਨਕੁਆਇਰੀ ਇੰਨੀ ਕਿ ਯੂਰਪ ਦੀ ਵੀਜ਼ਾ ਮਿਲ ਰਿਹਾ? ਜੀ ਮਨੀਸ਼ ਜੀ, ਮੈਂ ਥੋੜਾ ਜਿਹਾ ਕਲੀਅਰ ਕਰਾਂਗਾ। ਸੌਖਾ ਨਹੀਂ ਵੀਜ਼ਾ ਮਿਲ ਰਿਹਾ। ਦੇਖੋ, ਹਰ ਇੱਕ ਕੰਟਰੀ ਦਾ ਨਾ ਇੱਕ ਕ੍ਰਾਈਟੇਰੀਆ ਆ। ਯੂਰਪ ਤੋਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਕਿ ਸਾਈਪਰਸ ਐਕਟੀਵੇਟ ਹੋਇਆ ਸੀਗਾ, ਲੇਕਿਨ ਸਾਈਪਰਸ ਸਕਸੈਸ ਨਹੀਂ ਹੋ ਪਾਇਆ ਕਿਸੇ ਰੀਜ਼ਨ ਕਰਕੇ। ਸਕਸੈਸ ਨਾ ਹੋਣ ਦਾ ਰੀਜ਼ਨ ਕੀ ਹੈ ਕਿ ਪਹਿਲਾਂ ਤਾਂ ਉਹਨਾਂ ਨੇ ਬਿਨਾਂ ਆਈਲੈਟਸ ਤੋਂ ਸਟੂਡੈਂਟ ਚੱਕੇ। ਠੀਕ ਹੈ, ਸਟੂਡੈਂਟ ਹੁਣ ਇੰਡੀਆ ਦੇ ਵਿੱਚ ਤੋਂ ਸਾਡਾ ਇੱਕ ਪੰਜਾਬ ਪਾਰਟ ਪੈ ਜਾਂਦਾ, ਠੀਕ ਹੈ, ਸਾਡੀ ਸਟੇਟ ਪੈਂਦੀ, ਮੇਨ ਸਟੇਟ ਸਾਡੀ ਪੰਜਾਬ ਹੈ। ਜਿੱਥੋਂ ਦੀ ਅਸੀਂ ਗੱਲ ਕਰੀਏ ਕਿ ਅਗਰ ਪੂਰੇ ਹਿੰਦੁਸਤਾਨ ਦੇ ਵਿੱਚੋਂ, ਪੂਰੇ ਇੰਡੀਆ ਦੇ ਵਿੱਚੋਂ 100 ਬੱਚਾ ਜਾਂਦਾ ਤੇ 95 ਬੱਚਾ ਪੰਜਾਬ ਤੋਂ ਬਾਹਰ ਜਾਂਦਾ। ਹੁਣ ਉਹਦਾ ਰੀਜ਼ਨ ਕੀ ਹੈਗਾ? ਇਸ ਵੇਲੇ ਯੂਕਰੇਨ ਦਾ ਰੁਝਾਨ ਕਿਉਂ ਬਣਿਆ ਕਿ ਬਿਨਾਂ ਆਈਲੈਟਸ ਤੋਂ ਕੰਮ ਹੋ ਰਿਹਾ, ਠੀਕ ਹੈ, ਔਰ ਬਿਨਾਂ ਇੰਟਰਵਿਊ ਤੋਂ ਕੰਮ ਹੋ ਰਿਹਾ, ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ। ਸਭ ਤੋਂ ਪਲੱਸ ਪੁਆਇੰਟ ਕੀ ਹੈਗਾ? ਫੀਸ ਸਭ ਤੋਂ ਘੱਟ ਹੈ। ਉਸ ਤੋਂ ਬਾਅਦ ਇੱਕ ਜਿਹੜੀ ਨਵੀਂ ਚੀਜ਼ ਹੈਗੀ ਹੈ ਕਿ ਪੈਸੇ ਵੀ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਆ। ਸੋ ਅਸੀਂ ਕੈਨੇਡਾ ਦੀ ਗੱਲ ਕਰੀਏ ਜਾਂ ਕਿਸੇ ਹੋਰ ਕੰਟਰੀ ਦੀ ਗੱਲ ਕਰੀਏ, ਨਾ ਕਰਦੇ ਵੀ ਕੋਈ ਪੈਕੇਜ ਵੀ ਕਰ ਰਿਹਾ ਤਾਂ ਵੀ ਉਹਨੂੰ GIC ਫੀਸ ਤਾਂ ਪਹਿਲਾਂ ਦੇਣੀ ਹੀ ਪੈਂਦੀ, ਔਰ ਉਸ ਤੋਂ ਬਾਅਦ ਰਿਜ਼ਲਟ ਇੱਕ ਸਾਲ ਵੀ ਨਹੀਂ ਆਇਆ ਲੋਕਾਂ ਦਾ। ਸੋ ਇਹ ਪ੍ਰੋਬਲਮ ਆ ਰਹੀ ਹੈ। ਕਾਲ ਲੈ ਲਈਏ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ। ਹਾਂਜੀ, ਨਾਮ ਦੱਸੋ ਜੀ ਆਪਣਾ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਹਰਮਨ। ਹਰਮਨ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਦਿੱਲੀ ਤੋਂ ਗੱਲ ਕਰ ਰਹੀ ਹਾਂ। ਹਾਂਜੀ। ਮੇਰਾ ਨਾ ਐਕਚੁਅਲੀ ਮੈਂ 12th ਚੋਂ ਆਏ ਹੋਇਆ 50%। ਹਾਂਜੀ।
मैं यूक्रेन का लगवाना है। आज लग गया यूक्रेन का वीजा। ਤੁਹਾਡੀ ਕਿੰਨੀ ਏਜ ਹੈ ਜੀ? 21 21 ਪਲੱਸ 2 ਕਦੋਂ ਕੀਤੀ ਹੈ ਤੁਸੀਂ? 2018 ਚ। 2018 ਚ ਕੀਤੀ ਹੈ ਜੀ। ਬਿਲਕੁਲ ਤੁਹਾਡਾ ਵੀਜ਼ਾ ਆ ਸਕਦਾ ਜੀ, ਕੋਈ ਪਰੇਸ਼ਾਨੀ ਨਹੀਂ ਹੈ। ਤੁਸੀਂ ਆਪਣਾ ਪ੍ਰੋਫਾਈਲ ਸਾਡੇ ਨੰਬਰ ਤੇ WhatsApp ਕਰਕੇ ਇਨਕੁਆਇਰੀ ਕਰ ਸਕਦੇ ਹੋ ਜੀ। ठीक है। ਠੀਕ ਹੈ ਜੀ। ਜੀ ਸੋ ਠਾਕੁਰ ਸਾਹਿਬ ਜਿਵੇਂ ਲੜਕੀਆਂ ਦੀ ਕਾਲ ਵੀ ਆ ਰਹੀ ਸਾਨੂੰ ਕਿ ਜੀ। ਲੜਕੀਆਂ ਲਈ ਵੀ ਯੂਰਪ ਸੇਫ ਆ, ਯੂਕਰੇਨ ਸੇਫ ਆ? ਸਰ ਦੇਖੋ, ਅਗਰ ਅਸੀਂ ਮੈਂਟੈਲਿਟੀ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਲੜਕਾ ਜਾਂ ਲੜਕੀ 'ਚ ਕੋਈ ਬਰਾਬਰੀ ਨਹੀਂ ਕੀਤੀ ਜਾ ਰਹੀ, ਲੇਕਿਨ ਪੰਜਾਬ ਦੇ ਸਾਰੇ ਪਿੰਡਾਂ 'ਚ ਨਹੀਂ, ਸਿਰਫ 1 ਜਾਂ 2% ਪਿੰਡਾਂ ਦੇ ਵਿੱਚ ਅੱਜ ਵੀ ਇਹ ਪ੍ਰੋਬਲਮ ਹੈ। ਸੋ ਅੱਜ ਦੇ ਦੌਰ ਦੇ ਵਿੱਚ ਤੁਸੀਂ UK ਦਾ ਵਿੱਚ ਨਿਊਜ਼ਪੇਪਰ ਪੜ੍ਹਦੇ ਹੋ, ਕੈਨੇਡਾ ਦੇ ਵਿੱਚ ਨਿਊਜ਼ਪੇਪਰ ਪੜ੍ਹਦੇ ਹੋ, ਮਿਨਿਸਟਰੀ ਦੇ ਵਿੱਚ ਜਾਂ ਪੁਲਿਸ ਆਫੀਸਰ ਦੇ ਵਿੱਚ ਮੋਸਟਲੀ ਸਾਡੀਆਂ ਪੰਜਾਬੀ ਕੁੜੀਆਂ ਅੱਗੇ ਵਧ ਰਹੀਆਂ। ਵੈਸੇ ਇੱਕ ਜਨਰਲ ਗੱਲ ਕਰ ਰਹੇ ਕਿ ਲੜਕੀਆਂ ਜਾ ਕੇ ਸਰਵਾਈਵ ਕਰ ਲੈਂਦੀਆਂ ਉੱਥੇ? ਬਿਲਕੁਲ ਕਰ ਰਹੀਆਂ ਜੀ। ਸੋ ਕੋਈ ਪਰੇਸ਼ਾਨੀ ਨਹੀਂ ਆ ਰਹੀ। ਜੋ ਯੂਕਰੇਨ ਦੀ ਇਸ ਵੇਲੇ ਰੇਸ਼ੋ ਆ ਰਹੀ ਹੈ ਜੀ, ਮੋਰ ਦੈਨ 30% ਜਿਹੜੀ ਹੈਗੀ ਆ ਉਹ ਲੜਕੀਆਂ ਦੀ ਜਾ ਰਹੀ ਹੈ ਜੀ। ਅਗਰ 100 ਸਟੂਡੈਂਟ ਜਾ ਰਿਹਾ ਤੇ ਉਹਦੇ ਵਿੱਚੋਂ ਐਵਰੇਜ 30% ਲੜਕੀਆਂ ਜਾ ਰਹੀਆਂ ਜੀ। ਜੀ ਸੋ ਇਹਦੇ ਵਿੱਚ ਸਵਾਲ ਇੱਕ ਹੋਰ ਆ ਗਿਆ, ਉਸ ਤੋਂ ਬਾਅਦ ਮੈਂ ਆਪਣੇ ਸਵਾਲ ਪੁੱਛੂੰਗਾ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? हेलो ਹਾਂਜੀ, ਨਾਮ ਦੱਸੋ ਜੀ ਆਪਣਾ। करण ਕਰਨ ਕਿੱਥੋਂ ਬੋਲ ਰਹੇ ਹੋ? लुधियाना तो। ਜੀ ਸਵਾਲ ਪੁੱਛੋ। सर मैं यूक्रेन जाना सीगा ते मैं पुछना सीगा, मैं +2 ਕੀਤੀ ਆ 2018 ਚ। ਠੀਕ ਹੈ। ਕਿੰਨੇ ਨੰਬਰ ਹੈ ਜੀ ਤੁਹਾਡੇ? ਸਰ ਸੀਗੇ 50%। ਅੱਛਾ ਠੀਕ ਹੈ ਜੀ। ਕੀ ਪੁੱਛਣਾ ਕੀ ਚਾਹੁੰਦੇ ਹੋ ਕਰਨ ਜੀ? ਤੇ ਸਰ ਮੈਂ ਜਾ ਸਕਦਾ ਹਾਂ? ਹਾਂਜੀ ਬਿਲਕੁਲ ਜਾ ਸਕਦੇ ਜੀ। ਤੁਸੀਂ ਬਿਲਕੁਲ ਆਪਣਾ ਵੀਜ਼ਾ 100% ਸਕਸੈਸ ਰੇਟ ਦੇ ਨਾਲ ਲਗਵਾ ਸਕਦੇ ਹੋ। ਸਰ ਬਜਟ ਮੇਰਾ ਘੱਟ ਹੀ ਹੈ ਥੋੜਾ। ਕਿੰਨਾ ਬਜਟ ਕਿੰਨਾ ਬਜਟ ਹੈ ਜੀ ਤੁਹਾਡਾ? 2.5 ਲੱਖ ਤੱਕ। ਬਿਲਕੁਲ ਹੋ ਜਾਏਗਾ ਜੀ ਤੁਹਾਡਾ ਵੀਜ਼ਾ, ਆਰਾਮ ਨਾਲ ਹੋ ਸਕਦਾ। ਅਸੀਂ ਜਿੱਦਾਂ ਕਿ ਸਭ ਤੋਂ ਪਹਿਲੇ ਸਟਾਰਟ ਹੀ ਕੀਤਾ ਸੀ ਕਿ ਐਵਰੇਜ 2,25,000 ਤੋਂ ਕੋਰਸਿਸ ਸਟਾਰਟ ਹੋ ਜਾਂਦੇ, ਜਿਹਦੇ ਵਿੱਚ ਤੁਹਾਡੀ 10 ਤੋਂ 12 ਮਹੀਨੇ ਦੀ ਫੀਸ ਆ ਜਾਂਦੀ ਹੈ, 3 ਮਹੀਨੇ ਦੀ ਅਕੋਮੋਡੇਸ਼ਨ ਆ ਜਾਂਦੀ ਹੈ, ਅੰਬੈਸੀ ਫੀਸ, ਫੰਡ ਦੇ ਚਾਰजेस, ਸਾਰਾ ਕੁਝ ਵਿੱਚ ਪਾ ਕੇ ਆ ਜਾਂਦੇ ਜੀ। ਐਵਰੇਜ ਖਰਚਾ 2,25,000 ਤੋਂ ਲੈ ਕੇ 3 ਲੱਖ ਤੱਕ ਪਹੁੰਚ ਜਾਂਦਾ ਜੀ। ਜੀ ਤੁਸੀਂ ਲੁਧਿਆਣਾ ਦਫ਼ਤਰ ਮਿਲ ਸਕਦੇ ਆ ਇਹਨਾਂ ਨੂੰ, DCT ਇਮੀਗ੍ਰੇਸ਼ਨ ਵਾਲਿਆਂ ਨੂੰ। ਸ਼ੋਅ ਦੇ ਵਿੱਚ ਸਿਰਫ ਕਾਲ ਕਰਕੇ ਆਪਣਾ ਪ੍ਰੋਫਾਈਲ ਡਿਸਕਸ ਕਰ ਲਿਆ ਕਰੋ ਔਰ ਇਹ ਪੁੱਛਿਆ ਕਰੋ ਕਿ ਮੈਂ ਐਲੀਜੀਬਲ ਹੈਗਾ ਕਿ ਨਹੀਂ ਐਲੀਜੀਬਲ ਹੈਗਾ। ਪਰ ਡਿਟੇਲ ਦੇ ਵਿੱਚ ਜਿਸ ਚਾਹੋ ਕਿ ਇੱਥੇ ਵੀਜ਼ੇ ਲੱਗ ਜਾਣ, ਸ਼ੋਅ 'ਚ ਵੀਜ਼ੇ ਨਹੀਂ ਲੱਗਦੇ, ਸ਼ੋਅ ਸਿਰਫ ਇਨਫੋਰਮੇਸ਼ਨ ਦਿੱਤੀ ਜਾ ਸਕਦੀ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਸਰ ਮੈਂ ਵੀ ਯੂਕਰੇਨ ਜਾਣਾ ਚਾਹੁੰਦਾ ਸੀ, ਪਰ ਮੇਰਾ ਗੈਪ 10 ਸਾਲ ਦਾ ਵਾ ਸਟੱਡੀ 'ਚ। ਕੋਈ ਗੱਲ ਨਹੀਂ ਜੀ, ਹੋ ਜਾਏਗਾ ਜੀ। ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ, ਕੀ ਨਾਮ ਤੁਹਾਡਾ? ਸਰ ਮੇਰਾ ਨਾਮ ਰਮਨ ਹੈ। ਹਾਂਜੀ ਰਮਨ ਜੀ ਬੋਲੋ ਜੀ। ਕਿੱਥੋਂ ਬੋਲ ਰਹੇ ਹੋ? ਹਾਂਜੀ ਕਿੱਥੋਂ ਬੋਲਦੇ ਹੋ? ਨਕੋਦਰ ਤੋਂ ਜੀ। ਨਕੋਦਰ ਤੋਂ। ਠੀਕ ਹੈ, ਹੁਣ ਦੱਸੋ ਜੀ ਪੜ੍ਹਾਈ ਕਿੰਨੀ ਕੀਤੀ? 12ਵੀਂ ਕੀਤੀ, ਗ੍ਰੈਜੂਏਸ਼ਨ ਕੀਤੀ, 10ਵੀਂ ਕੀਤੀ, ਕੀ ਪੜ੍ਹੇ ਹੋ? ਸਰ ਮੈਂ 12ਵੀਂ ਕੀਤੀ ਹੈ ਜੀ। ਕਿਹੜੇ ਸਾਲ 'ਚ? ਸਰ 2011 ਚ। 2011 'ਚ 10 ਸਾਲ ਦਾ ਗੈਪ। ਕਿੰਨੇ ਨੰਬਰ ਸੀ 12ਵੀਂ 'ਚੋਂ? ਸਰ ਨੰਬਰ ਤਾਂ ਸਰ ਠੀਕ ਹੀ ਸੀਗੇ, 55% ਸੀਗੇ। ਤੇ 2011 ਤੋਂ ਬਾਅਦ ਕਿਤੇ ਟਰਾਈ ਨਹੀਂ ਕੀਤਾ ਕਿਸੇ ਹੋਰ ਮੁਲਕ ਲਈ? ਸਰ ਨਹੀਂ ਸਰ। ਠੀਕ ਹੈ ਜੀ, 11 ਸਾਲ ਦਾ ਗੈਪ ਇਹਨਾਂ ਦਾ ਆਲਮੋਸਟ। ਦੇਖੋ ਜੀ ਕੋਈ ਪਰੇਸ਼ਾਨੀ ਨਹੀਂ ਹੈ, ਜਿੱਦਾਂ ਕਿ ਇਹਨਾਂ ਦੀ ਏਜ ਵੀ 40 ਸਾਲ ਤੋਂ ਘੱਟ ਹੈ। ਸੋ ਅਸੀਂ ਵਾਰ-ਵਾਰ ਇੱਕੋ ਹੀ ਗੱਲ ਰਿਪੀਟ ਕਰਦੇ ਹਾਂ ਕਿ ਅਗਰ ਤੁਹਾਡੀ 10th ਪਾਸ ਆ, 40 ਸਾਲ ਤੋਂ ਉਮਰ ਤੁਹਾਡੀ ਘੱਟ ਹੈ, ਕੋਈ ਇੰਟਰਵਿਊ ਨਹੀਂ ਦੇਣੀ, ਕੋਈ ਆਇਲਟਸ ਨਹੀਂ ਹੈ ਜੀ। ਅੱਛਾ ਇੱਕ ਚੀਜ਼ ਦੱਸੋ, ਜਿਹੜਾ ਯੂਕਰੇਨ ਦੀ ਇੰਨੀ ਇਨਕੁਆਇਰੀ ਆ ਰਹੀ ਹੈ, ਕੀ ਇਨਕੁਆਇਰੀ ਦਾ ਕਾਰਨ ਕੀ ਹੈ? ਕੀ ਇਹ ਯੂਰਪ ਦੇ ਵਿੱਚ ਪੈਂਦਾ ਹੈ, ਕਿੱਥੇ ਪੈਂਦਾ, ਯੂਰਪ ਤੋਂ ਬਾਹਰ ਪੈਂਦਾ ਹੈ, ਕਿਉਂ ਬੱਚਾ ਜਾ ਰਿਹਾ ਹੈ? ਸਰ ਦੇਖੋ, ਸਭ ਤੋਂ ਪਹਿਲਾਂ ਜਿਹੜੇ ਮੈਂ ਪਲੱਸ ਪੁਆਇੰਟ ਆ ਉਹ ਦੱਸਾਂਗਾ, ਠੀਕ ਹੈ। ਪਲੱਸ ਪੁਆਇੰਟ ਕੀ ਹੈਗੇ ਇਹਦੇ ਵਿੱਚ? ਨੈਗੇਟਿਵ ਤਾਂ ਕੁਝ ਵੀ ਨਹੀਂ ਹੈਗਾ। ਬੱਚਾ ਈਜ਼ੀਲੀ ਉੱਥੇ ਅਰਨਿੰਗ ਕਰ ਰਹਾ। ਦੇਖੋ ਜਿੰਨਾ ਵੀ ਇੱਥੋਂ ਸਟੂਡੈਂਟ ਆ ਬੇਸਿਕਲੀ ਉਹ ਪੜ੍ਹਨ ਨਹੀਂ ਜਾ ਰਿਹਾ, ਉਹ ਕਮਾਉਣ ਜਾ ਰਿਹਾ। ਇੱਥੇ 10-12 ਹਜ਼ਾਰ ਰੁਪਏ ਬੰਦਾ ਕਮਾ ਲੈਂਦਾ ਵੱਧ ਤੋਂ ਵੱਧ, ਲੇਕਿਨ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਤੇ ਨੌਕਰੀਆਂ ਉਹ ਵੀ ਹੈ ਨਹੀਂ ਗੀਆਂ। 10-10 ਹਜ਼ਾਰ ਵਾਲੇ ਵੀ ਬੰਦੇ ਵਿਹਲੇ ਬੈਠੇ ਆ, ਠੀਕ ਹੈ, ਬਹੁਤ ਸਾਰੀਆਂ ਕੰਪਨੀਆਂ। ਹੁਣ ਉੱਥੇ ਯੂਕਰੇਨ ਜਿਹੜਾ ਹੈਗਾ ਉਹ ਪਹਿਲੀ ਗੱਲ ਤਾਂ ਯੂਰਪ ਦੇ ਵਿੱਚ ਪੈਂਦਾ ਪ੍ਰੋਪਰ, ਠੀਕ ਹੈ, ਪੋਲੈਂਡ ਦੇ ਨਾਲ ਪੈਂਦਾ, ਸ਼ੈਂਗਨ ਕੰਟਰੀਆਂ ਦੇ ਨਾਲ, ਠੀਕ ਹੈ। ਦੂਸਰੀ ਚੀਜ਼ ਕੀ ਹੈਗੀ ਆ, ਸਭ ਤੋਂ ਜਿਹੜਾ ਮੇਨ ਪਲੱਸ ਪੁਆਇੰਟ ਹੈ ਕਿ ਇਹਦੀਆਂ ਫਲਾਈਟਾਂ ਚੱਲ ਰਹੀਆਂ। ਤੁਹਾਡਾ ਵੀਜ਼ਾ ਅੱਜ ਆ ਜਾਂਦਾ, ਤੁਸੀਂ ਕੱਲ ਵੀ ਫਲਾਈਟ ਕਰ ਸਕਦੇ ਹੋ। ਹਰ ਮੰਡੇ ਦੇ ਮੰਡੇ ਮਤਲਬ ਵੀਕਲੀ 2 ਵਾਰੀ ਫਲਾਈਟ ਜਾ ਰਹੀ ਹੈ, ਤੁਸੀਂ ਕੋਈ ਵੀ ਫਲਾਈਟ ਲੈ ਕੇ ਆਪਣੀ ਜਾ ਸਕਦੇ ਹੋ। ਤੁਹਾਨੂੰ ਇਹ ਨਹੀਂ ਹੈ ਕਿ ਮੇਰਾ ਵੀਜ਼ਾ ਨਹੀਂ ਆਏਗਾ ਜਾਂ ਮੇਰਾ 15 ਦਿਨ ਹੋ ਗਏ ਮੇਰਾ ਵੀਜ਼ਾ ਨਹੀਂ ਆਇਆ। ਦੇਖੋ ਮੈਕਸਿਮਮ 5 ਤੋਂ 7 ਦਿਨ ਵਿੱਚ ਵੀਜ਼ਾ ਆ ਜਾਂਦਾ, ਤੁਸੀਂ ਹੱਦ ਮਾਰ ਕੇ 10 ਦਿਨ ਲੈ ਲਓ, ਠੀਕ ਹੈ। ਔਰ ਨਾਲੋਂ ਨਾਲ ਫਲਾਈਟ ਹੋ ਰਹੀ ਹੈ, ਇਹ ਵੀ ਨਹੀਂ ਕਿ ਨਹੀਂ ਕੋਰਸ ਅਗਲੇ ਮਹੀਨੇ 3 ਮਹੀਨੇ ਨਾ, ਰੀਸੈਂਟਲੀ ਇਨਟੇਕ ਚੱਲਦੇ ਆ ਹਰ ਮੰਥ, 1-2 ਮਹੀਨੇ ਬਾਅਦ ਕੋਈ ਨਾ ਕੋਈ ਇਨਟੇਕ ਚੱਲਦਾ ਰਹਿੰਦਾ। ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਜੀ ਨਮਸਕਾਰ ਸਰ। ਨਮਸਕਾਰ ਜੀ, ਨਾਮ ਦੱਸੋ ਆਪਣਾ। सर मेरा नाम ज्योति है। हाँ जी ज्योति जी बोलो जी। ਗੱਲ ਕਰ ਰਹੇ ਹੋ? जी सर मैं बठिंडे तो गल कर रही हूँ। सवाल पूछो जी। जी मैं सर ਦਾ ਸ਼ੋਅ ਦੇਖ ਰਹੀ ਸੀ ਸਰ। ਮੈਂ ਤੇ ਮੇਰੇ ਹਸਬੰਡ ਅਪਲਾਈ ਕਰਨਾ ਚਾਹੁੰਦੇ ਸੀ ਕਿ ਯੂਕਰੇਨ ਦਾ, ਕੀ ਅਸੀਂ ਕਰ ਸਕਦੇ ਹਾਂ? ਤੁਹਾਡਾ ਪ੍ਰੋਫਾਈਲ ਕੀ ਹੈ ਜੀ? ਪਹਿਲਾਂ ਸੋ ਪੜ੍ਹਾਈ ਦੱਸੋ ਕਿੰਨੀ ਹੈ? ਸਰ ਅਸੀਂ ਦੋਨੋਂ 12ਵੀਂ ਪਾਸ ਕੀਤੇ ਹੋਏ ਆ। 12ਵੀਂ ਪਾਸ ਕੀਤੀ? ਪੰਜਾਬ ਵਿੱਚੋਂ। ਕਿਹੜੇ ਸਾਲ 'ਚ? ਸਰ ਅਸੀਂ 2008 ਦੇ ਵਿੱਚ।
2008 13 ਸਾਲ ਦਾ ਗੈਪ 13 ਸਾਲ ਦਾ ਮੇਰੀ ਗੈਪ ਹੈ 2008 ਦੀ ਹੈ, ਮੇਰੇ ਹਸਬੰਡ ਦੀ 2006 ਦੀ ਹੈ ਜੀ। ਜੀ ਓਕੇ ਜੀ, ਤੁਹਾਡੀ ਏਜ ਕਿੰਨੀ ਹੈ ਜੀ? ਸਰ ਮੇਰੀ ਏਜ ਹੈਗੀ 29। ਔਰ ਤੁਹਾਡੇ ਹਸਬੈਂਡ ਦੀ? ਸਰ ਉਹਨਾਂ ਦੀ ਹੈਗੀ 34। 34 ਏਜ। ਕੋਈ ਗੱਲ ਨਹੀਂ ਜੀ, ਵੀਜ਼ਾ ਲੱਗ ਜਾਏਗਾ। ਅਸੀਂ ਫਿਰ ਆਪਾਂ ਇਹੋ ਹੀ ਗੱਲ ਤੇ ਆ ਗਏ ਜੀ ਕਿ ਅਗਰ ਤੁਹਾਡੀ 40 ਸਾਲ ਤੋਂ ਏਜ ਘੱਟ ਹੈ, ਤੁਸੀਂ 10th ਜਾਂ 12th ਕੀਤੀ ਹੋਈ ਹੈ, ਜੈਨੂਅਨਲੀ ਪਾਸ ਹੈਗੇ ਹੋ, ਤੇ ਤੁਸੀਂ ਆਰਾਮ ਨਾਲ ਆਪਣਾ ਯੂਕਰੇਨ ਦਾ ਵੀਜ਼ਾ ਲੈ ਸਕਦੇ ਹੋ ਜੀ। ਸਰ ਜੀ ਖਰਚਾ ਕਿੰਨਾ ਕੁ ਆ ਜਾਂਦਾ ਜੀ? ਐਵਰੇਜ ਪਰ ਐਪਲੀਕੈਂਟ ਜਿਹੜੀ ਕਾਸਟਿੰਗ ਆਉਂਦੀ ਹੈ ਜੀ 2,25,000 ਤੋਂ ਲੈ ਕੇ 3 ਲੱਖ ਦੇ ਵਿੱਚ ਆਉਂਦੀ ਜੀ, ਜਿਹਦੇ ਵਿੱਚ ਤੁਹਾਡੀ ਅਰਾਊਂਡ 1 ਸਾਲ ਦੀ ਫੀਸ ਆ ਜਾਂਦੀ, 3 ਮਹੀਨੇ ਦੀ ਅਕੋਮੋਡੇਸ਼ਨ ਵੀ ਆ ਜਾਂਦੀ, ਅੰਬੈਸੀ ਫੀਸ, ਫੰਡ ਜਾਂ ਹੋਰ ਵੀ ਕੋਈ ਵੀ ਖਰਚਾ। ਟੋਟਲ ਅਸੀਂ ਗੱਲ ਕਰੀਏ A to ਲੈ ਕੇ Z ਤੱਕ ਸਾਰਾ ਖਰਚਾ 2,25,000 ਤੋਂ ਲੈ ਕੇ 3 ਲੱਖ ਮੈਕਸਿਮਮ ਹੈਗਾ ਜੀ। ਅੱਛਾ ਠਾਕੁਰ ਸਾਹਿਬ, ਇੱਕ ਚੀਜ਼ ਹੋਰ ਦੱਸੋ, ਬੱਚਾ ਬਹੁਤ ਯੂਰਪ ਨੂੰ ਜਾਣ ਨੂੰ ਕਾਲਾ ਹੈ, ਯੂਰਪ ਭੇਜ ਦਿਓ ਜੀ, ਯੂਕਰੇਨ ਭੇਜ ਦਿਓ, ਸੌਖੀ ਕੰਟਰੀ ਯੂਕਰੇਨ, ਇਸ ਟਾਈਮ ਵੀਜ਼ੇ ਲੱਗ ਤੇ ਬਹੁਤ ਸਾਰੇ ਬੱਚੇ ਯੂਕਰੇਨ ਜਾ ਰਹੇ ਨੇ ਇਸ ਵੇਲੇ। ਇੱਥੋਂ ਬਹੁਤ ਸਾਰੇ ਸਟੂਡੈਂਟਸ ਨੇ ਟਰਾਈ ਕੀਤਾ ਕਈ ਵਾਰ ਕਿ ਸ਼ੈਂਗਨ ਮੁਲਕਾਂ ਦਾ ਵੀਜ਼ਾ ਲੱਗ ਜਾਏ, ਇਟਲੀ ਦਾ ਲੱਗ ਜਾਏ, ਮਾਲਟਾ ਦਾ ਲੱਗ ਜਾਏ, ਸਪੇਨ ਦਾ ਲੱਗ ਜਾਏ, ਜਰਮਨ ਦਾ ਲੱਗ ਜਾਏ, ਪਰ ਰਿਫਿਊਜ਼ ਹੋ ਗਏ ਕਿ ਯੂਰਪ 'ਚ ਜਦੋਂ ਬੱਚਾ ਇੱਕ ਵਾਰ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਸ਼ੈਂਗਨ 'ਚ ਪਹੁੰਚਣਾ ਆਸਾਨ ਹੁੰਦਾ ਉਹਦੇ ਬੱਚੇ ਲਈ, ਜਾਂ ਫਿਰ ਉਨੀ ਲੜਾਈ ਲੜਨੀ ਪੈਂਦੀ ਜਿੰਨੀ ਤਾਂ ਪੰਜਾਬ ਤੋਂ ਲੜਨੀ ਪੈਂਦੀ? ਨਹੀਂ ਜੀ ਨਹੀਂ, ਉਹਦੇ ਨਾਲ ਬਹੁਤ ਫਰਕ ਪੈਂਦਾ। ਦੇਖੋ ਜਦੋਂ ਸਟੂਡੈਂਟ ਇੱਥੇ ਹੁੰਦਾ ਇੰਡੀਆ ਦੇ ਵਿੱਚ, ਉਹ ਬੇਸਿਕਲੀ ਇੱਕ ਰॉ ਸਟੂਡੈਂਟ ਹੁੰਦਾ, ਠੀਕ ਹੈ ਨਾ, ਤਾਂ ਉਹਦੀ ਲੈਂਗੁਏਜ ਪਰਫੈਕਟਲੀ ਹੁੰਦੀ ਹੈ, ਠੀਕ ਹੈ। ਔਰ ਹੁੰਦਾ ਕਿ ਜਦੋਂ ਇੱਕ ਕੋਈ ਵੀ ਐਪਲੀਕੈਂਟ ਸਟੂਡੈਂਟ ਉੱਥੇ ਜਾ ਕੇ ਪੜ੍ਹਦਾ, ਉਹਨੂੰ 2-3 ਮਹੀਨੇ 4 ਮਹੀਨੇ 5 ਮਹੀਨੇ ਸਟੱਡੀ ਕਰਦਾ, ਉਹਨੂੰ ਇੱਕ ਲੈਂਗੁਏਜ ਸਿੱਖਣ ਦਾ ਮੌਕਾ ਮਿਲਦਾ। ਬੇਸਿਕਲੀ ਇੱਥੇ ਕੀ ਹੈਗਾ ਕਿ ਹਰ ਚੀਜ਼ ਪੇਡ ਹੋ ਗਈ। ਮੈਂ ਸਪੋਕਨ ਕਲਾਸ ਵੀ ਲਾਉਣ ਜਾਣੀ ਹੈ ਤੇ ਉਹ ਵੀ ਮੈਂ ਪੈਸੇ ਦੇ ਕੇ ਲਾਉਣ ਜਾਣੀ ਹੈ। ਮੈਂ ਪੈਸੇ ਦੇ ਆਇਆ ਫੀਸ, ਇੱਕ ਦਿਨ ਜਾਊਂਗਾ, 29 ਦਿਨ ਨਹੀਂ ਜਾਊਂਗਾ ਤੇ ਮੈਨੂੰ ਇੰਗਲਿਸ਼ ਨਹੀਂ ਜਾਣੀ, ਇਕੱਲੇ ਪੈਸੇ ਦੇਣਾ। ਸੋ ਉੱਥੇ ਜਾ ਕੇ ਜਦੋਂ ਉਹਦੇ ਵਿੱਚ ਅਸੀਂ ਲੋਕਲ ਉਹਨਾਂ ਦੇ ਲੋਕਾਂ ਦੇ ਵਿੱਚ ਸਰਵਾਈਵ ਕਰੀਦਾ ਤੇ 2 ਜਾਂ 3 ਮਹੀਨਿਆਂ ਦੇ ਵਿੱਚ ਹੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਲੈਂਗੁਏਜ ਵਧੀਆ ਕਰ ਲੈਂਦੇ ਹੋ। ਪਾਥਵੇ ਪ੍ਰੋਗਰਾਮ ਲੈ ਕੇ ਤੁਸੀਂ ਸ਼ੈਂਗਨ ਦੇ ਵਿੱਚ ਵੀ ਈਜ਼ੀਲੀ ਜਾ ਸਕਦੇ ਹੋ। ਸੋ ਕੋਈ ਇਹਦੀ ਦੀ ਪ੍ਰੋਬਲਮ ਨਹੀਂ ਹੈਗੀ ਜੀ। ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ DCT ਇਮੀਗ੍ਰੇਸ਼ਨ ਯਾਨੀ ਡ੍ਰੀਮ ਕਮਸ ਟਰੂ ਇਮੀਗ੍ਰੇਸ਼ਨ ਤੋਂ ਮਿਸਟਰ ਵਿਕਾਸ ਠਾਕੁਰ ਸਾਡੇ ਨਾਲ ਸਟੂਡੀਓ ਵਿੱਚ ਗੱਲਬਾਤ ਕਰ ਰਹੇ ਨੇ। ਕਿਸੇ ਤਰ੍ਹਾਂ ਦੀ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਯੂਰਪ ਜਾਣਾ ਚਾਹੁੰਦੇ ਹੋ ਤੇ 10 ਤੋਂ 15 ਦਿਨ ਦੇ ਵਿੱਚ ਵੀਜ਼ਾ ਲੈ ਕੇ ਦਿੱਤਾ ਜਾਊਗਾ। ਤੁਹਾਡੀ ਉਮਰ 18 ਸਾਲ ਤੋਂ ਲੈ ਕੇ 40 ਸਾਲ ਤੱਕ ਹੋਣੀ ਚਾਹੀਦੀ ਹੈ। ਤੁਸੀਂ 10ਵੀਂ ਪਾਸ ਹੋ, ਤੁਸੀਂ 12ਵੀਂ ਪਾਸ ਹੋ, ਤੁਸੀਂ ਗ੍ਰੈਜੂਏਟ ਹੋ, ਤੁਸੀਂ BTech ਕੀਤੀ ਹੈ, ਤੁਸੀਂ BSc IT ਕੀਤੀ ਹੈ, ਤੁਸੀਂ ANM ਕੀਤੀ ਹੈ, GNM ਕੀਤੀ, ਕੋਈ ਵੀ ਪੜ੍ਹਾਈ ਤੁਸੀਂ ਪੜ੍ਹੀ ਹੈ, ਯੂਰਪ ਜਾਣਾ ਚਾਹੁੰਦੇ ਹੋ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਜਦੋਂ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਉਦੋਂ ਪੈਸੇ ਦੇਣਾ ਚਾਹੁੰਦੇ ਹੋ ਤਾਂ DCT ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ। ਸੋ ਠਾਕੁਰ ਸਾਹਿਬ, ਕੀ ਇਹਦੇ ਵਿੱਚ ਕੋਈ ਇੰਟਰਵਿਊ ਵਗੈਰਾ ਬੱਚੇ ਨੂੰ ਫੇਸ ਕਰਨੀ ਪਊਗੀ? ਕੋਈ ਬੱਚਾ ਇੰਟਰਵਿਊ ਤੋਂ ਬਹੁਤ ਡਰਦਾ ਹੈ। ਸ਼ੈਂਗਨ 'ਚ ਕਹਿੰਦੇ ਯੂਰਪ 'ਚ ਕਿਤੇ ਵੀ ਐਂਟਰ ਕਰਨਾ ਹੈ ਤੇ ਇੰਟਰਵਿਊ ਆਉਂਦੀ ਹੈ, ਪਹਿਲਾ ਸਵਾਲ। ਦੂਸਰਾ ਸਵਾਲ, ਜਦੋਂ ਯੂਰਪ ਦੀ ਗੱਲ ਆਉਂਦੀ ਹੈ ਤੇ ਲੋਕ ਕਹਿੰਦੇ ਜੀ 10 ਲੱਖ 12 ਲੱਖ 15 ਲੱਖ ਦੇ ਦਿਓ ਯੂਰਪ ਚੱਲ ਜਾਊਗਾ, ਪਰ ਇੱਥੇ ਤੁਸੀਂ ਕਹਿ ਰਹੇ 2-2.5 ਲੱਖ 'ਚ ਬੰਦਾ ਯੂਰਪ ਪਹੁੰਚ ਜਾਊਗਾ। ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਡੇ ਪਹਿਲੇ ਸਵਾਲ ਤੇ ਆਵਾਂਗਾ ਜਿਹੜੀ ਕਿ ਇੰਟਰਵਿਊ ਦਾ ਮੁੱਦਾ ਆ ਜਾਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਯੂਕਰੇਨ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਇੰਟਰਵਿਊ ਨਹੀਂ ਹੈਗੀ। ਔਰ ਇੱਕ ਚੀਜ਼ ਹੋਰ ਹੈ, ਇੰਟਰਵਿਊ ਕੋਈ ਹਵਾ ਨਹੀਂ ਹੈ। ਦੇਖੋ ਉਹ ਸਿਰਫ ਜਦੋਂ ਇੰਟਰਵਿਊ ਅਸੀਂ ਦੂਸਰੇ ਮੁਲਕਾਂ ਦੀ ਗੱਲ ਕਰੀਏ ਕਿ ਨਾਰਮਲ ਇੰਟਰਵਿਊ ਪੁੱਛੀ ਜਾਂਦੀ ਹੈ, ਲੇਕਿਨ ਇੰਟਰਵਿਊ ਦੇ ਨਾਮ ਦੇ ਉੱਤੇ ਹੀ ਸਾਡਾ ਜਿਹੜਾ ਐਪਲੀਕੈਂਟ ਸਟੂਡੈਂਟ ਜਿਹੜਾ ਸਾਡਾ ਇੱਥੋਂ ਬੰਦਾ ਜਾ ਰਿਹਾ ਉਹ ਜਾਂਦੇ ਹੀ ਘਬਰਾ ਜਾਂਦਾ। ਸੋ ਉਹਨੂੰ ਇਹ ਲੱਗਦਾ ਕਿ ਪਤਾ ਨਹੀਂ ਮੇਰੇ ਕੋਲ ਉਹਨਾਂ ਨੇ ਕੀ ਪੁੱਛ ਲੈਣਾ, ਜਦ ਕਿ ਪੁੱਛਦੇ ਸਿਰਫ ਉਹਦੀ ਐਜੂਕੇਸ਼ਨ ਬਾਰੇ ਹੈ। ਕਿਸੇ ਵੀ ਅੰਬੈਸੀ ਦਾ ਤੁਸੀਂ ਜ਼ਿਕਰ ਕਰ ਲਓ ਤਾਂ ਉਹਦੇ ਵਿੱਚ 4 ਹੀ ਸਵਾਲ ਹੁੰਦੇ ਆ, ਕਿੱਥੇ ਚੱਲੇ ਹੋ, ਕਿਉਂ ਚੱਲੇ ਹੋ, ਕਦੋਂ ਚੱਲੇ ਹੋ ਤੇ ਕਿਹੜਾ ਕੋਰਸ ਆ। ਇਸ ਤੋਂ ਇਲਾਵਾ ਕੋਈ ਕੋਰਸ ਹੁੰਦਾ ਹੀ ਨਹੀਂ ਹੈ। ਸੋ ਇਸ ਕਰਕੇ ਕੋਈ ਇਹਦੀ ਪਰੇਸ਼ਾਨੀ ਨਹੀਂ ਹੈ। ਯੂਕਰੇਨ ਦੇ ਵਿੱਚ ਫਿਲਹਾਲ ਕਦੇ ਵੀ ਕਿਸੇ ਦੀ ਕੋਈ ਇੰਟਰਵਿਊ ਨਹੀਂ ਹੋਈ ਔਰ 100% ਸਕਸੈਸ ਦੇ ਨਾਲ ਉਹਨਾਂ ਦਾ ਵੀਜ਼ਾ ਆ ਰਿਹਾ। ਤੁਹਾਡੀ ਏਜ 18 ਤੋਂ 40 ਸਾਲ ਤੱਕ ਹੈਗੀ ਆ, 10ਵੀਂ ਔਰ 12ਵੀਂ ਤੁਸੀਂ ਪਾਸ ਕੀਤੀ, ਤੁਸੀਂ ਆਰਾਮ ਨਾਲ ਆਪਣਾ ਵੀਜ਼ਾ ਲੈ ਸਕਦੇ ਹੋ। ਸਵਾਲ ਹੈ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਸਰ, ਹਰੀਸ਼ ਗੱਲ ਕਰ ਰਿਹਾ। ਕਿੱਥੋਂ ਗੱਲ ਕਰ ਰਹੇ ਹੋ ਜੀ? ਅੰਮ੍ਰਿਤਸਰ ਤੋਂ ਜੀ, ਸਵਾਲ ਪੁੱਛੋ। ਸਰ, ਐਕਚੁਅਲੀ ਮੈਂ +2 ਕੀਤੀ ਹੋਈ ਹੈ 2014 ਚ, ਠੀਕ ਹੈ, ਤੇ ਉਸ ਤੋਂ ਬਾਅਦ ਸਰ ਮੈਂ ਗ੍ਰੈਜੂਏਟ ਕੀਤਾ ਹੋਇਆ। ਓਕੇ। ਹਾਂਜੀ, ਤੇ ਸਰ ਮੈਂ ਮੈਰਿਡ ਹਾਂ। ਸਪਾਊਸ ਵੀਜ਼ਾ ਹੋ ਸਕਦਾ ਸਰ ਯੂਕਰੇਨ ਦਾ? ਬਿਲਕੁਲ ਹੋ ਸਕਦਾ ਹਰੀਸ਼ ਜੀ। ਕਿੱਦਾਂ ਹੋਏਗਾ ਸਰ, ਕੀ ਖਰਚਾ ਆਏਗਾ? ਐਵਰੇਜ ਪਰ ਐਪਲੀਕੈਂਟ ਦੀ ਜਿਹੜੀ ਕਾਸਟਿੰਗ ਆਉਂਦੀ ਆ ਉਹ 2,25,000 ਤੋਂ ਲੈ ਕੇ 3 ਲੱਖ ਕਾਸਟਿੰਗ ਆਉਂਦੀ ਆ। ਔਰ ਤੁਹਾਡੀ ਏਜ ਕਿੰਨੀ ਹੈ ਪਹਿਲਾਂ ਤਾਂ ਇਹ ਦੱਸੋ? ਸਰ ਏਜ ਮੇਰੀ 28। ਹੋ ਜਾਏਗਾ ਜੀ, ਬਿਲਕੁਲ ਹੋ ਜਾਏਗਾ ਜੀ। 100% ਸਕਸੈਸ ਦੇ ਨਾਲ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ। ਕਿੰਨੇ ਦਿਨ 'ਚ ਵੀਜ਼ਾ? ਮੈਕਸਿਮਮ 12 ਤੋਂ 15 ਦਿਨ। ਤੇ ਹਸਬੈਂਡ ਬਹੁਤ ਜ਼ਿਆਦਾ ਇਕੱਠੇ ਜਾਣਗੇ? ਬਿਲਕੁਲ ਇਕੱਠਿਆਂ ਦਾ ਵੀਜ਼ਾ ਆਏਗਾ ਔਰ ਇਕੱਠਿਆਂ ਦੀ ਫਲਾਈਟ ਹੋਏਗੀ। ਓਕੇ ਓਕੇ। ਹਾਂਜੀ। ਤੇ ਸਰ ਕੰਮ ਕਰ ਸਕਦਾ ਸਪਾਊਸ? ਬਿਲਕੁਲ ਕਰ ਸਕਦੇ ਜੀ, ਤੁਸੀਂ ਦੋਨੇ ਜਣੇ ਕੰਮ ਕਰ ਸਕਦੇ ਹੋ। ਠੀਕ ਹੈ ਸਰ। ਤੁਹਾਡਾ ਦਫ਼ਤਰ ਕਿੱਥੇ ਹੈ ਸਰ? ਸਾਡਾ ਜਲੰਧਰ ਤੇ ਲੁਧਿਆਣਾ ਦਫ਼ਤਰ ਹੈ। ਠੀਕ ਹੈ ਸਰ, ਥੈਂਕ ਯੂ ਜੀ। ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਿੰਗਲ ਜਾਣਾ ਚਾਹੁੰਦੇ ਹੋ, ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਮੈਰਿਡ ਹੋ, ਉਮਰ 18 ਸਾਲ ਤੋਂ 40 ਸਾਲ ਦਾ, ਇੱਕ ਬਹੁਤ ਹੀ ਖੂਬਸੂਰਤ ਮੌਕਾ ਯੂਰਪ ਜਾਣ ਦਾ। 2,25,000 ਰੁਪਏ ਤੋਂ ਲੈ ਕੇ 3-3.5 ਲੱਖ ਰੁਪਏ ਤੱਕ, ਜਿਵੇਂ ਠਾਕੁਰ ਸਾਹਿਬ ਕਹਿੰਦੇ ਨੇ ਕਿ
ਇੰਨੇ ਕੁ ਦੇ ਵਿੱਚ ਜਾਇਆ ਜਾ ਸਕਦਾ, ਇੰਨਾ ਖਰਚਾ ਹੋ ਜਾਂਦਾ ਹੈ। ਸੋ ਤੁਸੀਂ ਯੂਰਪ ਜਾਣਾ ਚਾਹੁੰਦੇ ਹੋ, ਇੰਟਰਵਿਊ ਨਹੀਂ ਦੇਣਾ ਚਾਹੁੰਦੇ, ਆਈਲੈਟਸ ਨਹੀਂ ਕੀਤੀ, ਨੰਬਰ ਘੱਟ ਆ, ਚਾਹੁੰਦੇ ਹੋ ਕਿ ਘਰ ਬੈਠੇ ਬਿਠਾਇਆ ਵੀਜ਼ਾ ਮਿਲ ਜੇ, ਅੱਜ ਵੀਜ਼ੇ ਲੱਗਦੇ ਪਏ, ਕੱਲ੍ਹ ਨੂੰ ਲੱਗਣ ਨਾ ਲੱਗਣ। ਤੁਸੀਂ ਸਾਈਪਰਸ ਦਾ ਜ਼ਿਕਰ ਕੀਤਾ ਸੀ, ਸਾਈਪਰਸ ਨੂੰ ਬਹੁਤ ਸਾਰੇ ਲੋਕ ਕਹਿੰਦੇ ਸੀ ਸਾਈਪਰਸ ਮਾੜਾ ਜੀ, ਜਾਣਾ ਨਹੀਂ। ਅੱਜ ਸਾਈਪਰਸ ਨੇ ਵੀਜ਼ੇ ਬੰਦ ਕਰਤੇ, ਅੱਜ ਤੁਸੀਂ ਤਰਲੋ ਮੱਛੀ ਹੁੰਦੇ ਵੀ ਸਾਨੂੰ ਸਾਈਪਰਸ ਦਾ ਵੀਜ਼ਾ ਲੈ ਦਿਓ, ਅੱਜ ਤੁਹਾਨੂੰ ਸਾਈਪਰਸ ਦਾ ਵੀਜ਼ਾ ਵੀ ਨਹੀਂ ਮਿਲਦਾ ਪਿਆ। ਅੱਜ ਤੁਹਾਨੂੰ ਯੂਰਪ ਦੇ ਵਿੱਚ ਯੂਕਰੇਨ ਕੰਟਰੀ ਬਾਹਾਂ ਖੋਲ੍ਹ ਕੇ ਸਵਾਗਤ ਕਰ ਰਹੀ ਹੈ। ਕੋਵਿਡ ਕਰਕੇ ਹਰ ਇੱਕ ਕੰਟਰੀ ਨੂੰ ਆਰਥਿਕ ਮਾਰ ਪਈ, ਔਰ ਕਿਸੇ ਵੀ ਕੰਟਰੀ ਨੂੰ ਅਰਥ ਵਿਵਸਥਾ ਨੂੰ ਸੁਧਾਰਨ ਲਈ ਇੰਟਰਨੈਸ਼ਨਲ ਸਟੂਡੈਂਟ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਇਸ ਕਰਕੇ ਤੁਹਾਨੂੰ ਇੰਟਰਨੈਸ਼ਨਲ ਸਟੂਡੈਂਟ ਨੂੰ ਉੱਥੇ ਬੁਲਾਇਆ ਜਾ ਰਿਹਾ, ਸਟੱਡੀ ਦੇ ਲਈ ਬੁਲਾਇਆ ਜਾ ਰਿਹਾ। ਤੁਸੀਂ ਸਟੱਡੀ ਕਰਨ ਜਾ ਸਕਦੇ ਹੋ। ਸਟੱਡੀ ਲਈ 4 ਤੋਂ 5 ਦਿਨ ਦੇ ਵਿੱਚ ਤੁਹਾਡੀ ਆਫਰ ਲੈਟਰ ਇਨਵੀਟੇਸ਼ਨ ਆ ਜਾਂਦੀ ਹੈ, ਔਰ 4 ਤੋਂ 5 ਦਿਨ ਦੇ ਵਿੱਚ ਤੁਹਾਡਾ ਵੀਜ਼ਾ ਆ ਜਾਂਦਾ। ਫਲਾਈਟਸ ਚੱਲਣੀਆਂ ਨੇ ਹਫ਼ਤੇ 'ਚ 2 ਵਾਰ, ਤੁਸੀਂ ਯੂਰਪ ਵੀ ਜਾ ਸਕਦੇ ਹੋ। ਜਿਹੜੇ ਲੋਕ ਕਿਸੇ ਵੀ ਦੁਨੀਆ ਦੇ ਮੁਲਕ ਤੋਂ ਰਿਫਿਊਜ਼ ਹੋ ਚੁੱਕੇ ਨੇ, ਯੂਰਪ ਜਾਣਾ ਚਾਹੁੰਦੇ ਨੇ, ਕਾਲ ਕਰ ਸਕਦੇ ਨੇ ਨੰਬਰ। ਠਾਕੁਰ ਸਾਹਿਬ ਕੁਝ ਹੋਰ ਐਡ ਆਨ ਕਰਨਾ ਚਾਹੋ ਇਹਦੇ ਵਿੱਚ? ਦੇਖੋ ਜੀ, ਮੈਂ ਇਹਦੇ ਵਿੱਚ ਫਿਰ ਉਹੀ ਗੱਲ ਕਰਾਂਗਾ ਜਿੱਦਾਂ ਆਪਾਂ ਸਾਈਪਰਸ ਦਾ ਹੁਣ ਮੁੱਦਾ ਖੜਾ ਕੀਤਾ ਸੀਗਾ, ਆਪਾਂ ਇਹ ਗੱਲ ਕਰਦੇ ਕਰਦੇ ਵਿੱਚ ਰਹਿ ਗਏ। ਸੋ ਸਮਾਂ ਵੀ ਘੱਟ ਆ, ਸਾਡੇ ਸ਼ੋਅ ਦਾ ਟਾਈਮ ਵੀ ਕੰਪਲੀਟ ਹੋ ਰਿਹਾ। ਸੋ ਸਾਈਪਰਸ ਨੇ ਕੀ ਕੀਤਾ, ਜਦੋਂ ਵੀ ਇੱਕ ਕੋਈ ਕੰਟਰੀ ਈਜ਼ੀਲੀ ਵੀਜ਼ਾ ਦਿੰਦੀ ਹੈ ਨਾ, ਸਾਡਾ ਐਪਲੀਕੈਂਟ ਉਦੋਂ ਨਹੀਂ ਧਿਆਨ ਦਿੰਦਾ ਜਦੋਂ ਉਹ ਇੰਟਰਵਿਊ ਵਾਲੇ ਪਾਸੇ ਤੁਰ ਪੈਂਦੇ ਆ ਜਾਂ ਉਹ ਆਇਲਸ ਵਾਲੇ ਪਾਸੇ ਤੁਰ ਪੈਂਦੇ ਆ, ਫਿਰ ਉਹਨਾਂ ਨੂੰ ਲੱਗਦਾ ਹੈ ਕਿ ਕੰਟਰੀ ਬਹੁਤ ਹਾਈ ਫਾਈ ਆ। ਸੋ ਇਦਾਂ ਦੀ ਕੋਈ ਜ਼ਿਕਰ ਨਹੀਂ ਹੈਗਾ ਜੀ, ਕੋਈ ਚੱਕਰ ਨਹੀਂ ਹੈਗਾ। ਤੁਸੀਂ ਯੂਕਰੇਨ ਸਟੱਡੀ ਕਰਨਾ ਚਾਹੁੰਦੇ ਹੋ, 10ਵੀਂ ਪਾਸ ਕੀਤੀ ਆ, 12ਵੀਂ ਪਾਸ ਕੀਤੀ ਆ, ਤੁਹਾਡਾ ਪੜ੍ਹਾਈ ਦੇ ਵਿੱਚ 15 ਸਾਲ ਦਾ ਗੈਪ ਹੈ, 10 ਸਾਲ ਦਾ ਗੈਪ ਹੈ, ਤੁਹਾਡੀ ਏਜ ਮੈਕਸਿਮਮ 40 ਸਾਲ ਹੈ, ਤੁਸੀਂ ਆਪਣਾ ਯੂਕਰੇਨ ਦਾ 100% ਵੀਜ਼ਾ ਲੈ ਸਕਦੇ ਹੋ। ਸਿੰਗਲ ਪੈਨੀ ਤੁਸੀਂ ਪਹਿਲੇ ਨਹੀਂ ਦੇਣੀ, ਈਵਨ ਤੁਸੀਂ ਅੰਬੈਸੀ ਫੀਸ ਵੀ ਪਹਿਲੇ ਨਹੀਂ ਦੇਣੀ। ਤੁਹਾਡਾ 2,25,000 ਤੋਂ ਲੈ ਕੇ 3 ਲੱਖ ਤੱਕ ਤੁਹਾਡਾ ਖਰਚਾ ਆਂਦਾ, ਜਿਹਦੇ ਵਿੱਚ ਤੁਹਾਡੀ ਸਾਲ ਦੀ ਫੀਸ ਵੀ ਹੈਗੀ ਹੈ, 3 ਮਹੀਨੇ ਦੀ ਅਕੋਮੋਡੇਸ਼ਨ ਵੀ ਹੈਗੀ ਆ। ਸੋ ਕਿਸੇ ਵੀ ਕੰਟਰੀ ਦੇ ਵਿੱਚ ਆ ਕਾਸਟਿੰਗ ਦੇ ਨਾਲ ਔਰ 100% ਸਕਸੈਸ ਦੇ ਨਾਲ ਵੀਜ਼ਾ ਨਹੀਂ ਜੇ ਲੱਗ ਸਕਦਾ। ਸੋ ਆਪਣਾ ਸਮਾਂ ਬਿਲਕੁਲ ਵੀ ਨਾ ਬਰਬਾਦ ਕਰੋ। ਅਗਰ ਯੂਕਰੇਨ ਜਾਣ ਦਾ ਪਲਾਨ ਹੈ ਤੇ ਅੱਜ ਹੀ ਸਾਡੀ ਕੰਪਨੀ ਨਾਲ, ਸਾਡੀ ਟੀਮ ਦੇ ਨਾਲ ਤੁਸੀਂ ਡਿਸਕਸ ਕਰਕੇ ਆਪਣਾ ਵੀਜ਼ਾ 100% ਲਗਵਾ ਸਕਦੇ ਹੋ ਜੀ। ਔਰ ਪੈਸੇ ਵੀ ਸਾਰੇ ਤੁਸੀਂ ਕਦੋਂ ਦੇਣੇ ਆ? ਵੀਜ਼ਾ ਲੱਗਣ ਤੋਂ ਬਾਅਦ। ਸੋ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਤੁਸੀਂ ਆਪਣਾ ਪ੍ਰੋਫਾਈਲ WhatsApp ਕਰਕੇ ਸਾਡੀ ਟੀਮ ਕੋਲੋਂ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਕਦੇ ਵੀ ਕੋਈ ਪ੍ਰੋਬਲਮ ਆਂਦੀ ਹੈ, ਤੁਹਾਨੂੰ ਲੱਗਦਾ ਹੈ ਕਿ ਸਾਨੂੰ ਆਹ ਚੀਜ਼ ਕੋਈ ਪੁੱਛਣਾ ਆ ਜਾਂ ਕੋਈ ਹੋਰ ਚੀਜ਼ ਦੀ ਪਰੇਸ਼ਾਨੀ ਹੈਗੀ ਆ, ਤੁਸੀਂ ਇੱਕ ਵਾਰੀ ਨਹੀਂ 10 ਵਾਰੀ ਸਵਾਲ ਪੁੱਛੋ, ਕਿਉਂਕਿ ਤੁਸੀਂ ਆਪਣੇ ਪੈਸੇ ਲਗਾਉਣੇ ਆ, ਆਪਣੇ ਫਿਊਚਰ ਨੂੰ ਲੈ ਕੇ ਚੱਲਿਓ। ਸੋ ਆਪਣੇ ਫਿਊਚਰ ਨੂੰ ਲੈ ਕੇ ਤੁਸੀਂ ਸਾਡੇ ਕੋਲੋਂ ਚਾਹੇ 10 ਸਵਾਲ ਪੁੱਛੋ ਜਾਂ 20, ਅਸੀਂ ਤੁਹਾਨੂੰ ਕਦੇ ਵੀ ਮਨਾ ਨਹੀਂ ਕਰਾਂਗੇ। ਸੋ ਫਿਰ ਮੈਂ ਕਹਿ ਰਿਹਾ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਤੁਹਾਨੂੰ ਲੱਗਦਾ ਕਿ ਸਾਨੂੰ ਡਿਸਕਸ ਕਰ ਲੈਣਾ ਚਾਹੀਦਾ, ਤਾਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਰਿਸ਼ਤੇਦਾਰ ਯੂਰਪ 'ਚ ਬੈਠੇ ਨੇ, ਭਰਾ ਭੈਣਾਂ ਚਾਚੇ ਤਾਏ ਮਾਮੇ ਯੂਰਪ 'ਚ ਬੈਠੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ ਕਿ ਅਸੀਂ ਇੱਕ ਵੀ ਯੂਰਪ ਆ ਜਾਈਏ। ਜਿਹੜੇ ਲੋਕ ਸ਼ੈਨਗਨ ਜਾਣਾ ਚਾਹੁੰਦੇ ਸੀ, ਨਹੀਂ ਜਾ ਪਾਏ, ਉਹ ਸ਼ੈਨਗਨ ਵੀ ਜਾ ਸਕਦੇ ਨੇ ਯੂਰਪ ਪੜ੍ਹਾਈ ਕਰਕੇ। 4 ਮਹੀਨੇ ਦੀ ਪੜ੍ਹਾਈ, 4 ਮਹੀਨੇ ਛੁੱਟੀਆਂ, ਫਿਰ 4 ਮਹੀਨੇ ਦੀ ਪੜ੍ਹਾਈ। ਸਾਈਪਰਸ ਦੀ ਤਰਜ਼ ਤੇ ਉਹ 4 ਮਹੀਨੇ ਤੁਹਾਨੂੰ ਛੁੱਟੀਆਂ ਦੇ ਵਿੱਚ, ਤੁਸੀਂ ਅਗਰ ਰੈਗੂਲਰ ਸਟੂਡੈਂਟ ਹੋ, ਤੁਹਾਡੇ ਕੋਲ TRC ਕਾਰਡ ਹੈਗਾ, ਤੁਸੀਂ ਯੂਨੀਵਰਸਿਟੀ ਕੋਲ ਲਿਖਤੀ ਲੈ ਸਕਦੇ ਹੋ ਕਿ ਇਹ ਸਟੂਡੈਂਟ ਸਾਡੇ ਕੋਲ ਪੜ੍ਹਦਾ ਪਿਆ। ਇਹ ਘੁੰਮਣ ਲਈ ਹੁਣ ਸ਼ੈਨਗਨ, ਪੋਲੈਂਡ ਜਾਣਾ ਚਾਹੁੰਦਾ, ਇਟਲੀ ਜਾਣਾ ਚਾਹੁੰਦਾ, ਜਰਮਨ ਜਾਣਾ ਚਾਹੁੰਦਾ, ਪੈਰਿਸ ਜਾਣਾ ਚਾਹੁੰਦਾ, ਫਰਾਂਸ ਜਾਣਾ ਚਾਹੁੰਦਾ ਘੁੰਮਣ ਲਈ, ਉਹ ਤੋਂ ਘੁੰਮਣ ਦੇ ਵੀਜ਼ੇ ਤੁਸੀਂ ਸ਼ੈਨਗਨ ਜਾ ਸਕਦੇ ਹੋ। ਸੋ ਪੰਜਾਬ ਤੋਂ ਸ਼ੈਨਗਨ ਜਾਣਾ ਔਖਾ ਹੋ ਗਿਆ ਹੈ, ਪਰ ਯੂਰਪ ਤੋਂ ਸ਼ੈਨਗਨ ਜਾਣਾ ਸੌਖਾ ਹੈ। ਸੋ ਫੈਸਲਾ ਤੁਹਾਡਾ, ਸਮਝ ਤੁਹਾਡੀ ਹੈ, ਜ਼ਿੰਦਗੀ ਤੁਹਾਡੀ ਹੈ। ਯੂਰਪ ਜਾਣਾ ਚਾਹੁੰਦੇ ਹੋ, 2.25 ਲੱਖ ਰੁਪਏ ਤੋਂ ਲੈ ਕੇ 3-3.5 ਲੱਖ ਰੁਪਏ ਖਰਚੇ ਤੁਸੀਂ ਯੂਰਪ ਜਾ ਸਕਦੇ ਹੋ। ਸੋ ਵਿਕਾਸ ਠਾਕੁਰ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਧੰਨਵਾਦ ਜੀ।